हाय एवरीवन वेलकम बैक टू माय यूट्यूब चैनल। ਅੱਜ ਦੀ ਇਹ ਵੀਡੀਓ ਸਪੈਸ਼ਲ ਆ ਜਿਹੜੇ ਕਿ ਐਕਸਪੈਕਟਡ ਲੈਟਰਸ ਆ ਉਹਨਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਵੀਡੀਓ ਦੇ ਵਿੱਚ ਅਸੀਂ ਜੋ ਇੰਪੋਰਟੈਂਟ ਲੈਟਰਸ ਆ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਐਂਡ ਇਹ ਲੈਟਰਸ ਮੀਨਸ ਕਿ ਪ੍ਰੀਵੀਅਸ ਈਅਰਸ ਦੇ ਵਿੱਚ ਆਈਆਂ ਹੋਈਆਂ, ਸੋ ਮੈਨੂੰ ਇੰਪੋਰਟੈਂਟ ਲੱਗਦੀਆਂ ਤੇ ਮੀਨਸ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਆਉਣ ਦੇ ਚਾਂਸਿਸ ਤਾਂ ਹੈ, ਬਟ ਫਿਰ ਵੀ ਮੈਂ ਸੇਫ ਸਾਈਡ ਨੂੰ ਨਾਲ ਲੈ ਕੇ ਚੱਲਦਿਆਂ ਹੋਇਆ ਤੁਹਾਨੂੰ ਇਹ ਜ਼ਰੂਰ ਕਹੂੰਗੀ ਕਿ ਦੂਸਰੀਆਂ ਜਿਹੜੀਆਂ ਬਾਕੀ ਦੀਆਂ ਲੈਟਰਸ ਆ ਇੱਕ ਵਾਰ ਉਹ ਵੀ ਗੋ ਥਰੂ ਹੋ ਜਾਈਓ, ਤਾਂ ਕਿ ਤੁਸੀਂ ਇਹਨਾਂ ਦੇ ਭੁਲੇਖੇ 'ਤੇ ਹੀ ਨਾ ਰਹਿ ਜਾਓ। ਸਿਰਫ ਉਹ ਵੀ ਜ਼ਰੂਰ ਇੱਕ ਵਾਰੀ ਪੜ੍ਹ ਲਿਓ, ਬਟ ਇਹ ਵਾਲੀਆਂ ਲੈਟਰਸ ਨੂੰ ਚੰਗੀ ਤਰ੍ਹਾਂ ਰੀਡ ਕਰਿਓ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਇਨ ਕੇਸ ਇਹਨਾਂ ਵਿੱਚੋਂ ਕੋਈ ਆ ਜਾਵੇ ਤਾਂ। ਠੀਕ ਹੈ, ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਰਿਕੁਐਸਟ ਕਰਦੇ ਹਾਂ ਤੁਹਾਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਐਂਡ ਸ਼ੇਅਰ ਜ਼ਰੂਰ ਕਰਿਓ। ਪਲੱਸ ਇੱਕ ਸੀਰੀਜ਼ ਆ ਰਹੀ ਆ 12th ਕਲਾਸ ਦੀ, ਮੀਨਸ ਕਿ ਜਿਹੜੇ ਬੱਚੇ ਹੁਣ ਜਿਹੜੇ 11th ਵਾਲੇ 12th ਦੇ ਵਿੱਚ ਹੋਏ ਆ ਉਹਨਾਂ ਨੂੰ ਡੇਲੀ ਲੈਕਚਰ ਮਿਲੂਗਾ ਇਸ YouTube ਚੈਨਲ 'ਤੇ। ਸੋ ਜੇ ਤੁਹਾਡੇ ਕੋਈ ਭੈਣ ਭਰਾ ਜਾਂ ਕੋਈ ਹੋਰ ਫਰੈਂਡਸ ਆ ਜਿਹੜੇ ਉਹ ਇਸ ਚੈਨਲ 'ਤੇ ਵਿਜ਼ਿਟ ਕਰ ਸਕਦੇ ਆ ਅਤੇ ਦੇਖ ਸਕਦੇ ਨੇ 6th ਡੇਟ ਤੋਂ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਫਸਟ ਹੈ ਜੀ, ਰਾਈਟ ਐਨ ਐਪਲੀਕੇਸ਼ਨ to your principal requesting him to condone the shortage of lectures in your case। ਕਿ ਤੁਸੀਂ ਇਹਦੇ ਵਿੱਚ ਕੰਡੋਨ ਕੀ ਹੁੰਦਾ? ਕੰਡੋਨ ਹੁੰਦਾ ਸ਼ਾਰਟੇਜ, ਮੀਨਸ ਕਿ ਕੰਡੋਨ ਹੁੰਦਾ ਮਾफ़ ਕਰਨਾ। ਕਿ ਕਿਸ ਚੀਜ਼ ਲਈ ਮਾफ़ੀ ਮੰਗ ਰਹੇ ਆ? ਕਿ ਤੁਹਾਡੇ ਲੈਕਚਰਸ ਜਿਹੜੇ ਸ਼ਾਰਟ ਹੋ ਗਏ ਸੀ, ਤੁਸੀਂ ਸਪੋਜ਼ ਕਰੋ ਕਿਸੇ ਰੀਜ਼ਨ ਕਰਕੇ ਨਹੀਂ ਜਾ ਸਕੇ ਕਾਲਜ ਦੇ ਵਿੱਚ, ਉਹਦੇ ਕਰਕੇ ਤੁਹਾਡੇ ਲੈਕਚਰਸ ਪ੍ਰੋਪਰ ਨਹੀਂ ਬਣਦੇ ਪਏ ਅਤੇ ਤੁਹਾਨੂੰ ਨੈਕਸਟ ਸਮੈਸਟਰ ਜਾਂ ਨੈਕਸਟ ਟਰਮ ਦੇ ਵਿੱਚ ਬੈਠਣ ਨਹੀਂ ਦਿੱਤਾ ਜਾ ਰਿਹਾ ਨੈਕਸਟ ਐਗਜ਼ਾਮਸ 'ਚ। ਸੋ ਤੁਸੀਂ ਕਹਿ ਸਕਦੇ ਕਿ ਮੇਰੇ ਲੈਕਚਰਸ ਤਾਂ ਸ਼ਾਰਟ ਆ ਪਰ ਮੈਨੂੰ ਐਗਜ਼ਾਮ 'ਚ ਬੈਠਣ ਦਿਓ, ਕਿਉਂਕਿ ਮੇਰਾ ਪਿਛਲੀ ਵਾਰ ਵੀ ਰਿਜ਼ਲਟ ਅੱਛਾ ਸੀ ਪਰ ਇਸ ਵਾਰੀ ਮੈਂ ਨਰਸਿੰਗ 'ਤੇ ਸੀ, ਸਿੱਕ ਸੀ, ਇਸ ਕਰਕੇ ਮੈਂ 2 to 3 ਵੀਕਸ ਨਹੀਂ ਆ ਸਕੀ, ਬਟ ਹੁਣ ਮੈਂ ਆ ਰਹੀ ਹਾਂ ਅਤੇ ਰੈਗੂਲਰ ਹਾਂ। ਪਲੀਜ਼ ਮੈਨੂੰ ਪਰਮਿਸ਼ਨ ਦਿਓ ਤਾਂ ਕਿ ਮੇਰੇ ਲੈਕਚਰਸ ਜਿਹੜੇ ਆ ਮੇਰੇ ਮੀਨਸ ਕਿ ਇਹਨਾਂ ਨੂੰ ਛੱਡ ਕੇ ਮੈਂ ਅਗਲਾ ਆਪਣਾ ਐਗਜ਼ਾਮ ਦੇਣ ਦੇ ਐਲੀਜੀਬਲ ਹੋਵਾਂ। Second ਆ ਜੀ, write a letter to Deputy Commissioner of your district complaining against the use of loudspeakers in your town। ਯਾਨੀ ਕਿ ਤੁਹਾਡੇ ਟਾਊਨ ਦੇ ਵਿੱਚ ਕੀ ਹੋ ਰਿਹਾ, ਲਾਊਡ ਸਪੀਕਰਸ ਯੂਜ਼ ਕੀਤੇ ਜਾ ਰਹੇ ਆ। ਤੁਸੀਂ ਲੈਟਰ ਦੇ ਵਿੱਚ ਦੱਸ ਸਕਦੇ ਹਾਂ ਕਿ ਮੇਰੇ ਐਗਜ਼ਾਮਸ ਆ, ਮੈਨੂੰ ਦਿੱਕਤ ਆਉਂਦੀ ਹੈ ਕਿ ਮੇਰੀ ਲੋਕੈਲਿਟੀ ਦੇ ਵਿੱਚ ਦਿਨ ਰਾਤ ਜਿਹੜੇ ਲਾਊਡ ਸਪੀਕਰਸ ਚੱਲਦੇ ਆ, ਸਮਟਾਈਮ ਇੱਥੇ ਕੋਈ ਫੰਕਸ਼ਨ ਹੁੰਦਾ ਆ ਅਤੇ ਮਿਊਜ਼ਿਕ ਇੰਨਾ ਹਾਈ ਹੁੰਦਾ ਕਿ ਮੈਂ ਆਪਣੀ ਸਟੱਡੀ 'ਤੇ ਕੌਨਸਨਟਰੇਟ ਨਹੀਂ ਕਰ ਪਾ ਰਹੀ ਹਾਂ, ਜਿਹੜੀ ਚੀਜ਼ ਮੇਰੇ ਰਿਜ਼ਲਟ 'ਤੇ ਇਫੈਕਟ ਕਰੂਗੀ ਅਤੇ ਮੇਰਾ ਫਿਊਚਰ ਜਿਹੜਾ ਇਹਦੇ 'ਤੇ ਡਿਪੈਂਡ ਆ। ਸੋ ਪਲੀਜ਼ ਕੁਛ ਸੋਚੋ, ਕੋਈ ਲਿਮਿਟ ਬਣਾਓ ਉਹਦੇ ਲਈ, ਲਾਊਡ ਸਪੀਕਰਸ ਦੇ ਲਈ, ਜਾਂ ਉਹਨਾਂ ਨੂੰ ਕਹੋ ਕਿ ਉਹ ਇੰਨਾ ਕੁ ਲਿਮਿਟ ਰੱਖਣ ਕਿ ਆਵਾਜ਼ ਉਹਨਾਂ ਤੱਕ ਹੀ ਸੁਣੇ, ਜ਼ਿਆਦਾ ਉੱਚੀ ਆਵਾਜ਼ ਨਾ ਹੋਵੇ, ਜਾਂ ਮੇਰੇ ਤੋਂ ਟੋਲਰੈਂਟ ਹੋ ਸਕੇ। ਇੱਦਾਂ ਦੇ ਕੁਛ ਆਪਾਂ ਦੱਸਣੇ ਆ। ਥਰਡ ਇਜ਼ ਰਾਈਟ ਅ ਲੈਟਰ ਟੂ ਅ ਫਰਮ that the goods sent by it were defective। ਯਾਨੀ ਕਿ ਇੱਕ ਕੰਪਨੀ ਨੂੰ ਅਸੀਂ ਲੈਟਰ ਲਿਖਣਾ, ਕੀ ਦੱਸਣਾ ਆ ਕਿ ਜਿਹੜਾ ਉਹਨਾਂ ਨੇ ਗੁੱਡਸ ਤੁਹਾਨੂੰ ਭੇਜੇ ਆ, ਜਿਹੜੇ ਪ੍ਰੋਡਕਟ ਉਹਨਾਂ ਨੇ ਤੁਹਾਨੂੰ ਭੇਜਿਆ ਆ ਉਹ ਡਿਫੈਕਟਿਵ ਆ, ਖਰਾਬ ਆ ਉਹ, ਐਂਡ ਆਸ ਫॉर ਆ ਫ੍ਰੀ ਰਿਪਲੇਸਮੈਂਟ। ਅਤੇ ਉਹਨਾਂ ਨੂੰ ਕਹਿਣਾ ਆ ਕਿ ਉਹਨੂੰ ਫ੍ਰੀ ਦੇ ਵਿੱਚ ਰਿਪਲੇਸ ਕਰਕੇ ਦਿਓ। ਯਾਦ ਰੱਖਿਓ, ਕੁਐਸਚਨ ਦੀ ਡਿਮਾਂਡ ਕੀ ਆ? ਰੀਪਲੇਸ ਕਰਨ ਦੀ, ਰਿਪੇਅਰ ਕਰਨ ਦੀ ਨਹੀਂ ਆ। ਕੁਐਸਚਨ ਦੀ ਡਿਮਾਂਡ ਦੇ ਅਕੋਰਡਿੰਗ ਹੀ ਆਨਸਰ ਕਰਨਾ ਹੈ। ਠੀਕ, ਵੀਡੀਓ ਨੂੰ ਐਂਡ ਤੱਕ ਦੇਖੀ ਜਾਓ, ਇੱਦਾਂ ਹੀ ਛੋਟੇ ਛੋਟੇ ਟਿਪਸ ਮੈਂ ਨਾਲ ਦਿੰਦੀ ਰਹੂੰਗੀ ਅਤੇ ਤੁਹਾਡੀਆਂ ਲੈਟਰਸ ਮੇਰੇ ਨਾਲ ਰੀਡ ਕਰਦਿਆਂ ਹੀ ਕਾਫੀ ਕਲੀਅਰ ਹੋ ਜਾਣਗੀਆਂ। ਠੀਕ ਹੈ। ਫੋਰਥ ਆ, write a letter to your bank manager regarding the non-payment of interest on an amount you have deposited in your account। ਯਾਨੀ ਕਿ ਤੁਹਾਡੇ ਅਕਾਊਂਟ ਦੇ ਵਿੱਚ ਕੀ ਹੋ ਗਿਆ ਆ, ਜਿਹੜਾ ਇੰਟਰਸਟ ਜਿਹੜੀ ਮਨੀ ਤੁਸੀਂ ਜਮ੍ਹਾਂ ਨਹੀਂ ਵੀ ਸੀ ਕਰਵਾਈ ਉਹ ਵੀ ਜਮ੍ਹਾਂ ਹੋ ਗਈ ਆ, ਅਤੇ ਤੁਸੀਂ ਬੈਂਕ ਮੈਨੇਜਰ ਨੂੰ ਦੱਸਣਾ ਆ ਕਿ ਮੇਰੇ ਬੈਂਕ ਅਕਾਊਂਟ ਦੇ ਵਿੱਚ ਕੁਝ ਪੈਸੇ ਇੱਦਾਂ ਆ ਗਏ ਆ ਮੇਰਾ ਅਕਾਊਂਟ ਨੰਬਰ ਆ, ਇਹ ਮਤਲਬ IFSC ਕੋਡ ਆ, ਜੋ ਵੀ ਚੀਜ਼ਾਂ ਬੇਸਿਕ ਇਨਫੋਰਮੇਸ਼ਨ ਦੇ ਕੇ ਮੇਰਾ ਨੇਮ ਇਹ ਆ, ਕਿਰਪਾ ਕਰਕੇ ਪੈਸੇ ਜਿਹੜੇ ਵਿਅਕਤੀ ਦੇ ਉਹਨੂੰ ਲੁਟਾ ਦਿਓ। ਠੀਕ ਹੈ। ਫਿਫਥ ਵਨ ਇਜ਼ ਰਾਈਟ ਅ ਲੈਟਰ ਟੂ ਦ ਪੋਸਟ ਮਾਸਟਰ ਜਨਰਲ ਕੰਪਲੇਨਿੰਗ ਅਬਾਊਟ ਦ ਡਿਲੇ in the delivery of mail sent to you by the postman and asking him to investigate the matter। ਯਾਨੀ ਕਿ ਪੋਸਟ ਮਾਸਟਰ ਨੂੰ, ਅੱਛਾ ਲੈਟਰ ਦੇਖੋ ਕੁਐਸਚਨ ਕੀ ਆ, ਬੜਾ ਘੁਮਾ ਕੇ ਲਿਖਿਆ ਕਿ ਪੋਸਟ ਮਾਸਟਰ ਨੂੰ ਕੀ ਕਰੋ, ਕੰਪਲੇਨ ਕਰ ਦਿਓ। ਕਾਹਦੇ ਲਈ?
ਕਿ ਡਿਲੇ ਹੁੰਦੀਆਂ ਤੁਹਾਡੇ ਮੇਲਸ ਦੀਆਂ ਪੋਸਟਮੈਨ ਦੇ ਦੁਆਰਾ। ਅਤੇ ਨਾਲੇ ਉਹਨਾਂ ਨੂੰ ਇਹ ਵੀ ਕਹੋ ਕਿ ਉਹ ਇਨਵੈਸਟੀਗੇਟ ਕਰਨ ਇਸ ਮੈਟਰ ਦੇ ਉੱਤੇ। ਸਿੱਧੀ ਗੱਲ ਕੀ ਆ ਕਿ ਡਾਕੀਏ ਦੀ ਸ਼ਿਕਾਇਤ ਲਈ ਅਸੀਂ ਪੱਤਰ ਲਿਖ ਰਹੇ ਹਾਂ, ਅਤੇ ਨਾਲ ਦੀ ਨਾਲ ਪੋਸਟ ਮਾਸਟਰ ਦੇ ਵਿੱਚ ਮੀਨਸ ਕਿ ਪੋਸਟ ਮਾਸਟਰ ਨੂੰ ਅਸੀਂ ਕਹਿ ਰਹੇ ਹਾਂ ਕਿ ਪੋਸਟਮੈਨ ਦੇ ਇਸ ਜਿਹੜਾ ਉਹਦੀ ਗਲਤੀਆਂ ਆ ਇਹਦੇ ਉੱਤੇ ਚੰਗੀ ਤਰ੍ਹਾਂ ਇਸ ਮੈਟਰ 'ਤੇ ਇਨਵੈਸਟੀਗੇਸ਼ਨ ਕਰੋ, ਚੰਗੀ ਤਰ੍ਹਾਂ ਦੇਖੋ ਕਿ ਕੀ ਪ੍ਰੋਬਲਮ ਆ ਕੀ ਨਹੀਂ। 6th letter is write a letter to the newspaper complaining against reckless driving. What is the meaning of reckless? Reckless ਹੁੰਦਾ ਲਾਪਰਵਾਹੀ, ਮਤਲਬ ਕੰਪਲੇਨ ਕਰਨੀ ਅਸੀਂ ਕਾਹਦੀ ਕਿ ਤੁਹਾਡੇ ਏਰੀਏ ਦੇ ਵਿੱਚ ਕੀ ਹੋ ਰਿਹਾ ਆ, ਤੁਹਾਡੇ ਏਰੀਏ 'ਚ ਨਹੀਂ, ਮਤਲਬ ਕਿ ਬੇਸਿਕਲੀ ਜਿਹੜੀ ਅੱਜ ਕੱਲ੍ਹ ਡਰਾਈਵਿੰਗ ਹੋ ਰਹੀ ਆ ਉਹ ਰੈਕਲੈਸ ਹੋ ਰਹੀ, ਬੜੀ ਬੇਪਰਵਾਹੀ ਨਾਲ ਹੋ ਰਹੀ ਆ। ਕੁਛ ਵੀ ਰੀਜ਼ਨ ਦੱਸ ਸਕਦੇ ਹਾਂ ਆਪਾਂ ਇਹਦੇ ਵਿੱਚ ਕਿ ਇੱਦਾਂ ਐਕਸੀਡੈਂਟਸ ਦੇਖੇ ਜਾ ਰਹੇ ਆ, ਜਾਂ ਕਈ ਵਾਰੀ ਕੋਈ ਬੰਦਾ ਜਿਹੜਾ ਦੂਸਰੇ ਨੂੰ ਦੇਖਦਾ ਹੀ ਨਹੀਂ, ਆਪਣੀ ਡਰਾਈਵਿੰਗ ਕਰਨ ਦੇ ਵਿੱਚ ਮਸਤ ਆ। ਕਈ ਵਾਰੀ ਬੱਚੇ ਖੇਲਦੇ ਹੁੰਦੇ, ਉਹਨਾਂ ਲਈ ਇਹ ਕੀ ਆ, ਹੈਜ਼ਰਡੀਅਸ ਆ। ਇੱਦਾਂ ਦੀਆਂ ਕੁਛ ਚੀਜ਼ਾਂ ਆਪਾਂ ਲਿਖ ਕੇ ਲੈਟਰ ਨੂੰ ਕੰਪਲੀਟ ਕਰ ਦੇਣਾ। ਇੱਕ ਗੱਲ ਤੁਹਾਨੂੰ ਹੋਰ ਦੱਸਦੇ ਹਾਂ, ਜਦੋਂ ਵੀ ਲੈਟਰ ਲਿਖੀ ਦੀ ਆ ਇਹ ਜ਼ਰੂਰੀ ਨਹੀਂ ਕਿ ਉਹਨੂੰ ਬਹੁਤ ਮਤਲਬ ਉਸ ਵੇ ਨਾਲ ਲਿਖੋ ਕਿ ਹਾਂਜੀ ਹੈਵੀ ਵਰਡਸ ਡਾਲ ਕੇ ਲਿਖੋ, ਇੱਦਾਂ ਦਾ ਕੁਛ ਨਹੀਂ ਹੁੰਦਾ। ਲੈਟਰ ਦੇ ਵਿੱਚ ਜੋ ਤੁਹਾਨੂੰ ਕੁਐਸਚਨ ਕੀਤਾ ਗਿਆ ਆ ਉਹਦਾ ਆਨਸਰ ਜ਼ਰੂਰ ਹੋਣਾ ਚਾਹੀਦਾ ਆ, ਠੀਕ। ਔਰ ਟਰਾਈ ਕਰੋ ਕਿ ਫੋਕਸ ਉਸ ਆਨਸਰ 'ਤੇ ਹੀ ਰੱਖੋ, ਠੀਕ। ਟਿਪ ਨੰਬਰ 2 ਸੀ ਇਹ। ਨੈਕਸਟ ਆ ਜੀ 7th ਲੈਟਰ, ਕੰਪਲੇਨਿੰਗ ਅਗੇਂਸਟ ਦ ਬੈਡ ਕੰਡੀਸ਼ਨਸ ਆਫ ਬੱਸਿਸ ਇਨ ਪੰਜਾਬ। ਸੇਮ, ਬੱਸਾਂ ਦੀ ਹਾਲਤ ਮਾੜੀ ਆ, ਬੱਸਾਂ ਟੁੱਟੀਆਂ ਫੁੱਟੀਆਂ ਆ, ਕਿਸੇ ਦਾ ਸ਼ੀਸ਼ਾ ਟੁੱਟਾ ਹੁੰਦਾ ਆ, ਅਤੇ ਕਈ ਪੈਸੇਂਜਰਸ ਨੂੰ ਪ੍ਰੋਬਲਮ ਆਉਂਦੀ ਹੈ, ਕਈ ਵਾਰੀ ਸੀਟ ਨਹੀਂ ਅੱਛੀ ਤਰ੍ਹਾਂ ਮਿਲਦੀ, ਇੱਦਾਂ ਦੀਆਂ ਕੁਛ ਗੱਲਾਂ ਵਿੱਚ ਲਿਖਣੀਆਂ ਆ। 8th ਆ ਜੀ ਬੁੱਕ ਸੈਲਰ ਨੂੰ ਲਿਖਣੀਆਂ ਆਰਡਰਿੰਗ ਸਮ ਬੁੱਕਸ, ਕਿ ਕਿਤਾਬਾਂ ਚਾਹੀਦੀਆਂ ਤੁਹਾਨੂੰ। ਚਾਹੇ ਤਾਂ ਤੁਸੀਂ ਇੱਦਾਂ ਲਿਖ ਸਕਦੇ ਆ ਕਿ ਮੈਂ PA ਲੱਗਾ ਹੋਇਆ ਇੱਕ, ਮਤਲਬ ਕਿ ਕਿਸੇ ਵੀ ਫਰਮ ਦੇ ਵਿੱਚ ਜਾਂ ਕੁਛ ਵੀ, ਜਾਂ ਕਿਸੇ ਸਕੂਲ ਦਾ ਮੈਂ ਲਾਇਬ੍ਰੇਰੀਅਨ ਆ, ਜਾਂ ਤੁਸੀਂ ਇੱਦਾਂ ਦੱਸ ਸਕਦੇ ਆ ਕਿ ਮੈਨੂੰ ਪਰਸਨਲੀ, ਮੈਂ ਸਟੂਡੈਂਟ ਹਾਂ, ਮੈਨੂੰ ਪਰਸਨਲੀ ਬੁੱਕਸ ਚਾਹੀਦੀਆਂ ਰੀਡ ਕਰਨ ਲਈ। ਫਿਰ ਉਸ ਤੋਂ ਬਾਅਦ ਤੁਸੀਂ ਇੱਕ ਛੋਟੀ ਜਿਹੀ ਲਿਸਟ ਬਣਾਓਗੇ ਕਿ ਮੈਨੂੰ ਪੰਜਾਬੀ ਦੀ ਬੁੱਕ ਚਾਹੀਦੀ ਆ, ਇੰਗਲਿਸ਼ ਦੀ ਬੁੱਕ ਚਾਹੀਦੀ ਆ। ਤੁਸੀਂ ਬੁੱਕ ਦਾ ਨਾਮ ਲਿਖ ਸਕਦੇ ਆ, ਜਿੱਦਾਂ ਕਿ ਬ੍ਰੈਵੀਆ, ਇੱਦਾਂ ਦੇ ਬੁੱਕਸ ਦਾ ਨੇਮ ਲਿਖ ਕੇ ਤੁਸੀਂ ਦੱਸ ਸਕਦੇ ਕਿ ਕਿੰਨੀ ਕੁਆਂਟਿਟੀ 'ਚ ਚਾਹੀਦੀ ਆ, ਇੱਕ ਚਾਹੀਦੀ। ਜੇ ਤੁਸੀਂ ਪਰਸਨਲ ਲਿਖ ਰਹੇ ਹੋ ਓਬਵੀਅਸ ਫਿਰ ਤਾਂ ਇੱਕ ਹੀ ਚਾਹੀਦੀ ਹੋਏਗੀ, ਹੈ ਨਾ। ਇੱਦਾਂ ਕੁਛ ਇਸ ਲੈਟਰ 'ਚ ਲਿਖਣਾ। ਨੈਕਸਟ ਹੈ ਟੂ ਦ ਐਡੀਟਰ ਆਫ ਦ ਨਿਊਜ਼ਪੇਪਰ ਕੰਪਲੇਨਿੰਗ ਅਗੇਂਸਟ ਰਾਈਜ਼ਿੰਗ ਪ੍ਰਾਈਜ਼ਿਸ, ਕਿ ਪ੍ਰਾਈਜ਼ ਹਰ ਇੱਕ ਚੀਜ਼ ਦਾ ਵੱਧ ਰਿਹਾ ਆ, ਉਹਦੇ ਬਾਰੇ ਤੁਸੀਂ ਗੱਲ ਕਰਨੀ ਹੈ ਕਿ ਹਰ ਇੱਕ ਚੀਜ਼ ਦਾ ਰੇਟ ਜਿਹੜਾ ਉਹ ਵੱਧ ਰਿਹਾ, ਇਸ ਚੀਜ਼ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ, ਕਿੱਦਾਂ ਕੀਤਾ ਜਾਊਗਾ, ਮਹਿੰਗਾਈ ਜਿਹੜੀ ਵੱਧ ਰਹੀ ਆ। 10th is reporting the loss of your bicycle or motorcycle. ਬਾਈਸਾਈਕਲ ਜਾਂ ਮੋਟਰਸਾਈਕਲ ਆਲਮੋਸਟ ਸਿਮਿਲਰ ਹੋ ਗਈਆਂ, ਦੋਨਾਂ 'ਚੋਂ ਕੋਈ ਇੱਕ ਪੜ੍ਹ ਲਿਓ, ਚਾਹੇ ਬਾਈਸਾਈਕਲ ਵਾਲੀ ਚਾਹੇ ਮੋਟਰਸਾਈਕਲ ਵਾਲੀ। ਜੇ ਤੁਹਾਨੂੰ ਬਾਈਸਾਈਕਲ ਵਾਲੀ ਆ ਗਈ ਤਾਂ ਬਾਈਸਾਈਕਲ ਲਿਖ ਕੇ ਕੰਪਲੀਟ ਕਰ ਦਿਓ, ਅਗਰ ਮੋਟਰਸਾਈਕਲ ਵਾਲੀ ਆ ਗਈ ਤਾਂ ਮੋਟਰਸਾਈਕਲ ਵਰਡ ਵਿੱਚ ਯੂਜ਼ ਕਰ ਲਿਓ ਇੰਸਟੈਡ ਆਫ ਬਾਈਸਾਈਕਲ। ਇਹਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, ਕੋਈ ਵੀ ਇੱਕ ਸਟੋਰੀ ਜਿਹੀ ਬਣਾ ਸਕਦੇ ਹਾਂ ਕਿ ਹਾਂਜੀ ਮੈਂ ਮਾਰਕੀਟ 'ਚ ਗਿਆ ਸੀ, ਮੈਂ ਇੱਕ ਸ਼ੌਪ ਦੇ ਵਿੱਚ ਗਿਆ, ਸ਼ੌਪ ਦੇ ਵਿੱਚ ਮੈਨੂੰ ਨੀਅਰ ਅਬਾਊਟ 1.5 an hour ਲੱਗ ਗਿਆ, ਜਾਂ ਕੁਛ ਵੀ ਟਾਈਮ ਦੱਸ ਸਕਦੇ ਤੁਸੀਂ। ਉੱਥੇ ਜਦੋਂ ਮੈਂ ਵਾਪਸੀ 'ਤੇ ਆਇਆ ਅਤੇ ਮੈਂ ਦੇਖਿਆ ਕਿ ਮੇਰਾ ਸਾਈਕਲ ਉੱਥੇ ਹੈ ਹੀ ਨਹੀਂ ਸੀ। ਮੇਰੀ ਮਿਸਟੇਕ ਸੀ ਕਿ ਸਾਈਕਲ ਸਟੈਂਡ ਦੇ ਵਿੱਚ ਮੈਂ ਸਾਈਕਲ ਨਹੀਂ ਖੜ੍ਹਾ ਕੀਤਾ, ਕਿਉਂਕਿ ਉਹ ਆਲਰੇਡੀ ਬੁੱਕ ਸੀ ਉਹ ਸਾਰਾ, ਅਤੇ ਇਸ ਕਰਕੇ ਮੈਂ ਬਾਹਰ ਹੀ ਲਗਾ ਲਿਆ ਸਾਈਕਲ, ਅਤੇ ਉੱਥੋਂ ਸਾਈਕਲ ਚੱਕ ਹੋ ਗਿਆ। 11th ਆ ਟੂ ਦ ਐਡੀਟਰ ਆਫ ਨਿਊਜ਼ਪੇਪਰ ਗਿਵਿੰਗ ਸਜੈਸ਼ਨਸ ਫॉर ਕੰਟਰੋਲਿੰਗ ਦ ਗਰੋਇੰਗ ਏਅਰ ਪੋਲਿਊਸ਼ਨ ਔਰ ਟੂ ਟੈਕਲ ਵਿਦ ਅਨਇੰਪਲੋਇਮੈਂਟ। ਯਾਨੀ ਕਿ ਇੱਕ ਨਿਊਜ਼ਪੇਪਰ ਐਡੀਟਰ ਨੂੰ ਅਸੀਂ ਲਿਖਣੀਆਂ ਲੈਟਰ ਕਾਹਦੀਆਂ ਵੀ ਸਜੈਸ਼ਨਸ ਵਿੱਚ ਪਾ ਦੇਣ ਅਖਬਾਰ ਦੇ ਉਹ, ਕਿ ਏਅਰ ਪੋਲਿਊਸ਼ਨ ਨੂੰ ਘੱਟ ਕਿੱਦਾਂ ਕੀਤਾ ਜਾ ਸਕਦਾ, ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ, ਜਾਂ ਫਿਰ ਇਹਦੇ ਬਾਰੇ ਕਿ ਅਨਇੰਪਲੋਇਮੈਂਟ ਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ ਆ, ਠੀਕ। ਨੈਕਸਟ ਹੈ ਜੀ ਟੂ ਦਾ ਪ੍ਰਿੰਸੀਪਲ, ਯਾਨੀ ਕਿ ਰਿਕੁਐਸਟ ਕਰਨੀ ਆ ਰਿਮਿਸ਼ਨ ਆਫ ਫਾਈਨ ਦੀ, ਕਿ ਮੇਰਾ ਫਾਈਨ ਜਿਹੜਾ ਮਾफ़ ਕਰ ਦਿੱਤਾ ਜਾਵੇ। ਇਹ ਕੁਛ ਨਾ ਕੁਛ ਆਪਣੀ ਇਸ ਲੈਟਰ ਦੇ ਨਾਲ ਮੈਚ ਕਰਦੀ ਆ। ਕਿਹੜੀ ਲੈਟਰ ਸੀਗੀ, ਸ਼ਾਰਟੇਜ ਆਫ ਲੈਕਚਰਸ ਵਾਲੀ, ਨੰਬਰ 1 'ਤੇ। ਕਿੱਦਾਂ ਰਿਮਿਸ਼ਨ ਆਫ ਫਾਈਨ ਕੀ ਹੁੰਦਾ ਆ ਕਿ ਮੈਂ ਆ ਨਹੀਂ ਪਾਇਆ, ਮੈਂ ਸਿੱਕ ਸੀ 2 to 3 ਵੀਕਸ ਦੇ ਲਈ, ਮੈਂ ਸਿੱਕ ਸੀ। ਉੱਥੇ ਕੀ ਕਹਿੰਦੇ ਆਪਾਂ ਕਿ ਲੈਕਚਰਸ ਜਿਹੜੇ ਆ ਮੇਰੇ, ਮਤਲਬ ਕਿ ਮੈਨੂੰ ਬੈਠਣ ਦਿੱਤਾ ਜਾਵੇ ਐਗਜ਼ਾਮ ਦੇ ਵਿੱਚ, ਕਿ ਸ਼ਾਰਟੇਜ ਜਿਹੜੀ ਹੋਈ ਆ,
ਇੱਥੇ ਅਸੀਂ ਕਹਿਣਾ ਕਿ ਮੈਨੂੰ ਫਾਈਨ ਲੱਗ ਗਿਆ, ਪਲੀਜ਼ ਉਹ ਮਾफ़ ਕਰ ਦਿੱਤਾ ਜਾਵੇ। ਦੈਟਸ ਇਟ। ਲੈਟਰਸ, ਟਿਪ ਨੰਬਰ 3, ਲੈਟਰਸ ਆਲਮੋਸਟ ਇੱਕ ਦੂਸਰੇ ਨਾਲ ਕਨੈਕਟਡ ਹੀ ਹੁੰਦੀਆਂ। ਪਹਿਲਾਂ ਐਡਰੈਸ ਵਗੈਰਾ ਲਿਖ ਕੇ ਉਸ ਤੋਂ ਬਾਅਦ ਜਿਹੜਾ ਮੇਨ ਕੰਟੈਂਟ ਲਿਖਣਾ ਹੁੰਦਾ ਆ, ਉਹ ਕੰਟੈਂਟ ਤੁਹਾਡਾ ਇਫੈਕਟਿਵ ਦਿਖਣਾ ਚਾਹੀਦਾ ਆ। ਮਤਲਬ ਤੁਸੀਂ ਬੇਸ਼ੱਕ ਜੋ ਮੈਂ ਬੋਲ ਰਹੀ ਹਾਂ ਤੁਸੀਂ ਐਜ਼ ਇਟ ਇਹਨੂੰ ਲਿਖ ਸਕਦੇ ਹੋ ਉੱਥੇ, ਪਰ ਜਦੋਂ ਤੁਸੀਂ ਲਿਖੋਗੇ, ਮੈਂ ਇੰਨਾ ਕੁ ਸਿੰਪਲ ਵੇ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਸ ਵੇ ਨੂੰ ਮੋਲਡ ਕਰਕੇ ਆਪਣੀ ਲੈਂਗੁਏਜ ਦੇ ਵਿੱਚ ਲਿਖੋਗੇ। ਇਹੀ ਨਹੀਂ ਕਿ ਜੋ ਮੈਂ ਪੰਜਾਬੀ ਦੇ ਵਿੱਚ ਦੱਸਿਆ ਤੁਸੀਂ ਐਗਜ਼ੈਕਟ ਉੱਦਾਂ ਦਾ ਲਿਖੋਗੇ, ਤੁਸੀਂ ਕੁਛ ਇਫੈਕਟਿਵਨੈਸ ਇਹਦੇ ਵਿੱਚ ਪਾ ਕੇ ਲਿਖੋਗੇ, ਬਟ ਇਨ ਅ ਸਿੰਪਲ ਵੇ। ਕੋਈ ਜ਼ਰੂਰੀ ਨਹੀਂ ਹੈ ਕਿ ਉਹਨੂੰ ਹਾਈਪਰ ਜਾਂ ਫਿਰ ਉਹਦੇ ਵਿੱਚ ਕੁਛ ਐਕਸਟਰਾ ਐਡੀਸ਼ਨਸ ਕਰਨ ਦੀ। ਉਹਨੂੰ ਸਿੰਪਲ ਵੇ ਨਾਲ ਲਿਖੋ ਕਿ ਤੁਹਾਡਾ ਮੈਟਰ ਟੀਚਰ ਨੂੰ ਸਮਝ ਲੱਗਣਾ ਚਾਹੀਦਾ। ਜਿੱਦਾਂ ਸਪੋਜ਼ ਸਾਨੂੰ ਕੋਈ ਕਹਿ ਦੇਵੇ ਕਿ ਚਲੋ ਤੁਸੀਂ 2 ਮਿੰਟ ਜਾਂ 4 ਮਿੰਟ ਲਓ ਅਤੇ ਸਟਾਰਸ ਦੇ ਉੱਤੇ ਇੱਕ ਐਸੇ ਲਿਖ ਦਿਓ। ਅਸੀਂ ਨੋਰਮਲੀ ਤਾਂ ਬਹੁਤ ਸਾਰੇ ਬੱਚੇ ਇੱਦਾਂ ਦੇ ਹੁੰਦੇ ਜਿਹੜੇ ਨੋਰਮਲੀ ਸਟਾਰਸ ਦੇ ਬਾਰੇ ਕਦੇ ਸੋਚਦੇ ਹੀ ਨਹੀਂ ਆ। ਉਹ ਬੱਚੇ ਕੀ ਕਰਨਗੇ, 5-7 ਮਿੰਟ ਦਿਮਾਗ ਲਗਾਉਣਗੇ ਨਾ, ਸਟਾਰਸ ਇਹ ਆ, ਸਟਾਰ ਇਹ ਆ, ਸਟਾਰ ਉਹ ਆ। ਉਸ ਟਾਈਮ 'ਤੇ ਦਿਮਾਗ ਚਲਾ ਕੇ ਆਪਾਂ ਲਿਖ ਸਕਦੇ ਹਾਂ ਨਾ। ਸੋ ਲੈਟਰਸ ਵੀ ਇੱਦਾਂ ਦਾ ਹੀ ਆ। ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਹਾਈਪਰ ਆਪਣੇ ਦਿਮਾਗ 'ਤੇ ਪ੍ਰੈਸ਼ਰ ਲੈ ਰਹੇ ਆ। ਮੈਮ ਲੈਟਰਸ ਦੱਸੋ, ਇੰਪੋਰਟੈਂਟ ਲੈਟਰਸ ਦੱਸੋ। ਇੰਪੋਰਟੈਂਟ ਲੈਟਰਸ ਮੇਰੇ ਅਕੋਰਡਿੰਗ ਤਾਂ ਜੋ ਇਹ ਨੇ, ਇਹ ਹੈਗੀਆਂ, ਇਹਦੇ ਵਿੱਚ ਕੋਈ ਆ ਸਕਦੀ ਆ। ਸਾਰੀਆਂ ਲੈਟਰਸ ਇੱਕ ਵਾਰੀ ਪੜ੍ਹ ਲਿਓ, ਪਰ ਲੈਟਰ ਨੂੰ ਔਨ ਦਾ ਸਪੋਟ ਅਟੈਂਪਟ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਆ। ਜੇ ਤੁਹਾਨੂੰ ਅੱਛੇ ਤਰੀਕੇ ਨਾਲ ਟੈਂਸ ਬਣਾਉਣੇ ਆਉਂਦੇ ਆ ਨਾ, ਤਾਂ ਲੈਟਰਸ ਲਿਖਣੀਆਂ ਈਜ਼ੀ ਆ। ਠੀਕ ਹੈ। ਸੋ ਡਰਨ ਵਾਲੀ, ਘਬਰਾਉਣ ਵਾਲੀ ਕੋਈ ਗੱਲ ਨਹੀਂ ਆ। ਆਰਾਮ ਨਾਲ ਪੇਪਰ ਪਾ ਕੇ ਆਓ। 13th is to declare your result। ਇਹ ਵੀ ਅਸੀਂ ਸਕੂਲ ਪ੍ਰਿੰਸੀਪਲ ਨੂੰ ਹੀ ਲਿਖਣੀ ਆ ਕਿ ਉਹ ਰਿਜ਼ਲਟ ਡਿਕਲੇਅਰ ਕਰ ਦੇਣ। 14th is for post of a clerk or accountant। ਇਹ ਅਸੀਂ ਕਿਸੇ ਫਰਮ ਨੂੰ ਲਿਖਣੀ, ਕਿਸੇ ਕੰਪਨੀ ਨੂੰ ਲਿਖਣੀ ਜਾਂ ਕਿਸੇ ਬੈਂਕ ਨੂੰ ਲਿਖਣੀ ਕਿ ਮੈਂ ਕਲਰਕ ਦੀ ਜਾਂ ਅਕਾਊਂਟੈਂਟ ਦੀ ਜੋਬ ਲੈਣਾ ਚਾਹੁੰਦਾ ਹਾਂ। ਠੀਕ। ਕੰਪਲੇਨਿੰਗ ਅਬਾਊਟ ਦਾ ਇਨਸੈਨਰੀ ਕੰਡੀਸ਼ਨਸ ਇਨ ਯੂਅਰ ਲੋਕੈਲਿਟੀ। ਇਹ ਲੈਟਰ ਵੀ ਆ ਸਕਦੀ ਆ, ਇੰਪੋਰਟੈਂਟ ਆ। 16th is request to DC to open a dispensary। ਕਿ ਤੁਹਾਡਾ ਏਰੀਆ ਜਿੱਥੇ ਕਿ ਮਤਲਬ ਫੈਸਿਲਿਟੀ ਘੱਟ ਆ ਡਿਸਪੈਂਸਰੀ ਦੀ, ਕਿ ਸਮ ਟਾਈਮ ਕੋਈ ਸਿੱਖ ਹੋ ਜਾਂਦਾ ਤਾਂ ਸਾਨੂੰ ਮੇਨ ਜਿਹੜੀ ਸਿਟੀ ਆ ਉੱਥੇ ਜਾਣ ਨੂੰ ਬਹੁਤ ਟਾਈਮ ਲੱਗਦਾ ਆ, ਜਿਹਦੇ ਕਰਕੇ ਜਿਹੜਾ ਪੇਸ਼ੈਂਟ ਆ ਉਹ ਹੋਰ ਵੀ ਜ਼ਿਆਦਾ ਮਤਲਬ ਉਹਦੀ ਕੰਡੀਸ਼ਨ ਨਾਜ਼ੁਕ ਹੋ ਜਾਂਦੀ। ਜਿਸ ਕਰਕੇ ਫਸਟ ਏਡ ਦੇਣ ਲਈ ਕੀ ਹੋਵੇ, ਪਿੰਡ ਦੇ ਵਿੱਚ, ਸਾਡੇ ਏਰੀਆ ਦੇ ਵਿੱਚ, ਮੇਰੇ ਟਾਊਨ ਦੇ ਵਿੱਚ ਕੀ ਹੋਵੇ, ਇੱਕ ਡਿਸਪੈਂਸਰੀ ਜ਼ਰੂਰ ਖੋਲ੍ਹੀ ਜਾਵੇ। ਨੈਕਸਟ ਹੈ ਟੂ DC ਫॉर ਲੇਇੰਗ ਆਊਟ ਅ ਪਾਰਕ ਫॉर ਚਿਲਡਰਨ ਇਨ ਯੂਅਰ ਸਿਟੀ। ਕਿ ਤੁਹਾਡੀ ਸਿਟੀ ਦੇ ਵਿੱਚ ਕੀ ਕੀਤਾ ਜਾਵੇ, ਪਾਰਕ ਬਣਾਈ ਜਾਵੇ। ਇੱਕ ਸੀਗੀ ਨਾ ਉਹ ਵਾਲੀ ਆਪਣੇ ਕੋਲ ਲੈਟਰ, ਲਾਈਕ ਇੱਥੇ ਸੀਗੀ ਇੱਕ ਆਹ ਵਾਲੀ ਸੀਗੀ, ਕੰਪਲੇਨਿੰਗ ਅਗੇਂਸਟ ਰੈਕਲੈਸ ਡਰਾਈਵਿੰਗ, ਹੈ ਨਾ। ਮਤਲਬ ਇਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਡਰਾਈਵਿੰਗ ਇੱਦਾਂ ਹੋ ਰਹੀ ਆ, ਕਈ ਵਾਰੀ ਬੱਚੇ ਸੜਕ 'ਤੇ ਖੇਲਦੇ ਹੁੰਦੇ ਆ, ਇਹ ਉਹ ਉੱਦਾਂ ਦਾ ਕੰਟੈਂਟ ਕੁਛ ਇਹਦੇ ਵਿੱਚ ਵੀ ਐਡ ਕਰ ਸਕਦੇ ਆ ਕਿ ਪਾਰਕ ਜ਼ਰੂਰ ਹੋਵੇ, ਬੱਚਿਆਂ ਨੂੰ ਖੇਲਣ ਲਈ ਪ੍ਰੋਬਲਮ ਆਉਂਦੀ ਆ। ਐਂਡ ਸਮ ਟਾਈਮ ਕੋਈ ਇੱਦਾਂ ਦੀ ਛੋਟੀਆਂ ਮੋਟੀਆਂ ਫੰਕਸ਼ਨਸ ਹੁੰਦੇ ਆ, ਜਿੱਦਾਂ ਕਿ ਪਿਕਨਿਕਸ ਵਗੈਰਾ ਹੁੰਦੀਆਂ, ਉੱਥੇ ਅਟੈਂਡ ਕੀਤੀਆਂ ਜਾ ਸਕਦੀਆਂ, ਉੱਥੇ ਮੈਨੇਜ ਕੀਤੀਆਂ ਜਾ ਸਕਦੀਆਂ। ਸੋ ਪਾਰਕਸ ਦਾ ਹੋਣਾ ਬਹੁਤ ਜ਼ਰੂਰੀ ਆ, ਉੱਥੇ ਗਾਰਡਨਸ ਹੋਣ ਤਾਂ ਕਿ ਛੋਟੇ ਬੱਚੇ ਉੱਥੇ ਖੇਲ ਸਕਣ, ਆਪਣੇ ਆਪ ਨੂੰ ਇੰਜੋਏ ਕਰ ਸਕਣ। ਅਤੇ ਫੀਮੇਲਸ ਦੇ ਲਈ ਐਂਡ ਮੇਲਸ ਦੇ ਲਈ ਉਹ ਇੱਕ ਵਧੀਆ ਪਲੇਸ ਹੋਊਗਾ ਜਿੱਥੇ ਕਿ ਯੋਗਾ ਜਾਂ ਐਕਸਰਸਾਈਜ਼ ਕੀਤੀ ਜਾ ਸਕਦੀ ਆ। ਠੀਕ ਹੈ। ਨੈਕਸਟ ਹੈ ਅਗੇਂਸਟ ਦਾ ਫਰੀਕੁਐਂਟ ਬ੍ਰੇਕ ਡਾਊਨ ਆਫ ਇਲੈਕਟ੍ਰਿਸਿਟੀ ਇਨ ਯੂਅਰ ਲੋਕੈਲਿਟੀ। ਕਿ ਤੁਹਾਡੀ ਲੋਕੈਲਿਟੀ ਦੇ ਵਿੱਚ ਵਾਰ-ਵਾਰ ਕੀ ਹੋ ਰਿਹਾ, ਬਿਜਲੀ ਦੇ ਕੱਟ ਲੱਗ ਰਹੇ ਨੇ। ਇਹਦੇ ਉੱਤੇ ਅਸੀਂ ਕੀ ਲਿਖਣਾ, ਇੱਕ ਲੈਟਰ ਲਿਖਣੀ ਹੈ ਕਿ ਇਹਦੇ ਬਾਰੇ ਧਿਆਨ ਦਿਓ, ਬਿਜਲੀ ਦੇ ਕੱਟ ਲੱਗ ਰਹੇ ਨੇ, ਸਾਨੂੰ ਦਿੱਕਤ ਆਉਂਦੀ ਹੈ। ਅੱਜ ਕੱਲ੍ਹ ਸਟੱਡੀ ਕਲਾਸਿਸ ਹੋ ਰਹੀਆਂ ਸਾਡੀਆਂ, ਮੀਨਸ ਕਿ ਇਲੈਕਟ੍ਰੋਨੀਕਲ ਕਲਾਸਿਸ ਹੋ ਰਹੀਆਂ। ਸਮਟਾਈਮ ਸਾਡੇ ਜਿਹੜੇ ਗੈਜਟਸ ਆ ਉਹ ਚਾਰਜ ਨਹੀਂ ਹੋ ਪਾਉਂਦੇ, ਜਿਹਦੇ ਕਰਕੇ ਸਾਡੀਆਂ ਕਲਾਸਿਸ ਔਨ ਟਾਈਮ ਨਹੀਂ ਲੱਗ ਰਹੀਆਂ। ਇਸ ਕਰਕੇ ਸਾਨੂੰ ਇਹ ਵੀ ਦਿੱਕਤ ਆਉਂਦੀ ਆ, ਜਾਂ ਫਿਰ ਗਰਮੀ ਬਹੁਤ ਜ਼ਿਆਦਾ, ਕੁਛ ਇੱਦਾਂ ਦੇ ਰੀਜ਼ਨ ਤੁਸੀਂ ਐਡ ਕਰ ਸਕਦੇ ਆ। 19th is to the superintendent of police of your district complaining about the rude behavior of a constable। ਯਾਨੀ ਕਿ ਤੁਸੀਂ ਗਏ ਆ ਉੱਥੇ, ਕਿੱਥੇ ਗਏ ਆ, ਪੁਲਿਸ ਆਫਿਸ ਦੇ ਵਿੱਚ, ਜਾਂ ਕਿਤੇ ਵੀ ਤੁਹਾਨੂੰ ਕਨਸਟੇਬਲ ਜਿਹੜਾ ਉਹ ਮਿਲਦਾ ਹੈ। ਅਤੇ ਉਦੋਂ ਕੀ ਹੁੰਦਾ ਆ,
ਉਹ ਤੁਹਾਡੇ ਨਾਲ ਮਿਸਬਿਹੇਵ ਕਰਦਾ, ਇਨ ਦਾ ਸੈਂਸ ਬੈਡ ਬਿਹੇਵ ਕਰਦਾ। ਲਾਈਕ ਤੁਸੀਂ ਉਹਨੂੰ ਕੁਛ ਕਹਿ ਰਹੇ ਹੋ, ਤੁਹਾਡੀ ਗੱਲ ਨੂੰ ਪ੍ਰੋਪਰਲੀ ਸੁਣ ਹੀ ਨਹੀਂ ਰਿਹਾ, ਆਪਣੀ ਹੀ ਦੱਸੀ ਜਾ ਰਿਹਾ ਆ। ਐਂਡ ਈਵਨ ਕਿ ਤੁਸੀਂ ਕੋਈ ਰਿਪੋਰਟ ਲਿਖਵਾਉਣ ਗਏ ਆ, ਉਹ ਤੁਹਾਡੀ ਰਿਪੋਰਟ ਨੂੰ ਅੱਛੇ ਤਰੀਕੇ ਨਾਲ ਲਿਖ ਹੀ ਨਹੀਂ ਰਿਹਾ ਆ, ਉਹ ਦੂਸਰੇ ਪਰਸਨ ਦੀ ਸਾਈਡ ਲੈ ਰਿਹਾ, ਜਾਂ ਉਹ ਕੀ ਕਰ ਰਿਹਾ ਆ, ਇਗਨੋਰ ਕਰਦਾ ਵਾ ਤੁਹਾਡੇ ਆਈਡੀਆ ਨੂੰ, ਜਾਂ ਉਹ ਕਹਿ ਰਿਹਾ ਕਿ ਹਲੇ ਸਰ ਨੂੰ ਆਉਣ ਦਿਓ। ਮੀਨਸ ਕਿ ਕੋਈ ਵੀ ਇੱਦਾਂ ਦਾ ਰੀਜ਼ਨ ਜਿਹੜਾ ਤੁਸੀਂ ਲਿਖ ਸਕਦੇ ਆ। ਇਹ ਸਾਰੀਆਂ ਲੈਟਰਸ ਨੂੰ ਇੱਕ ਵਾਰ ਆਪਣੀ ਬੁੱਕ ਤੋਂ ਥੋਰੋਲੀ ਰੀਡ ਜ਼ਰੂਰ ਕਰਕੇ ਜਾਇਓ। ਓਕੇ। 20th is an application to the principal to issue you a testimonial of your character and abilities. Okay, what is the meaning of testimonial? Testimonial ਹੁੰਦਾ ਆ ਪ੍ਰਸ਼ੰਸਾ ਪੱਤਰ। ਯਾਨੀ ਕਿ ਜਦੋਂ ਅਸੀਂ ਸਕੂਲ ਤੋਂ ਪੜ੍ਹ ਹਟਦੇ ਹਾਂ ਤਾਂ ਸਾਡਾ ਇੱਕ ਕਰੈਕਟਰ ਸਰਟੀਫਿਕੇਟ ਬਣਦਾ, ਮਾਈਗ੍ਰੇਸ਼ਨ ਸਰਟੀਫਿਕੇਟ ਬਣਦਾ, ਕਿ ਸਾਨੂੰ ਉਹ ਜਿਹੜਾ ਹੈ ਪ੍ਰਪੇਅਰ ਕਰਕੇ ਦਿਓ ਤਾਂ ਜੋ ਕਿ ਮੈਂ ਨੈਕਸਟ ਸਕੂਲ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਸਕਾਂ। 20th, fulfill concession and some help out of the students aid fund. ਦੇਖੋ ਜੀ, ਹੈਗੀ ਤਾਂ ਫੁਲਫੀ ਕੰਸੈਸ਼ਨ ਆ, ਮਤਲਬ ਫੀਸ ਮਾਫ ਕਰਾਉਣ ਦੀ ਅਰਜੀ ਆ, ਪਰ ਕੀ ਕਹਿ ਰਿਹਾ ਉਹ, ਫੀਸ ਮੇਰੀ ਮਾਫ ਕਿੱਦਾਂ ਕੀਤੀ ਜਾਵੇ ਕਿ ਜਿਹੜਾ ਸਕੂਲ ਦੇ ਵਿੱਚ ਸਟੂਡੈਂਟਸ ਏਡ ਫੰਡ ਆ ਨਾ, ਉਹਦੇ ਵਿੱਚੋਂ ਕੁਝ ਪੈਸੇ ਮੇਰੀ ਫੀਸ ਦੇ ਲਈ ਦੇ ਦਿੱਤੇ ਜਾਣ। ਯਾਨੀ ਕਿ ਕੁਐਸਚਨ ਜਿਹੜਾ ਆ ਉਹ ਸਾਨੂੰ ਥੋੜ੍ਹਾ ਘੁਮਾ ਕੇ ਲਿਖਿਆ, ਇੱਦਾਂ ਦੂਸਰੀ ਵਾਰੀ ਹੋ ਗਿਆ। ਰਾਈਟ, ਲੈਟਰ ਈਜ਼ੀ ਸੀਗੀ ਦੋਨੋਂ ਹੀ, ਔਰ ਦੋਨੋਂ ਹੀ ਘੁਮਾ ਕੇ ਲਿਖੀਆਂ। ਪੇਪਰ ਦੇ ਵਿੱਚ ਇਹ ਵੀ ਇੱਕ ਟਿਪ ਹੀ ਆ, ਪੇਪਰ ਦੇ ਵਿੱਚ ਜ਼ਰੂਰ ਤੁਹਾਨੂੰ ਘੁਮਾ ਕੇ ਲਿਖਦੇ ਆ, ਇਸ ਲਈ ਕਦੇ ਵੀ ਕੁਐਸਚਨ ਨੂੰ ਫਸਟ ਟਾਈਮ ਰੀਡ ਕਰਕੇ ਹੀ ਆਨਸਰ ਨਾ ਦਿਓ। ਕੁਐਸਚਨ ਨੂੰ 4-5 ਵਾਰ ਰੀਡ ਕਰੋ, ਉਹਨੂੰ ਸਮਝ ਕੇ ਦੇਖੋ ਅਤੇ ਫਿਰ ਆਨਸਰ ਕਰੋ ਕਿ ਤੁਸੀਂ ਕੀ ਕਰਨਾ। 22 to newspaper editor expressing the evil of street begging, ਕਿ ਨਿਊਜ਼ਪੇਪਰ ਐਡੀਟਰ ਨੂੰ ਦੱਸੋ ਆਈਡੀਆ ਕਿ ਤੁਸੀਂ ਹਾਂ ਜੀ ਆਪਣੀ ਉਹਦੇ ਵਿੱਚ ਲਿਖ ਦਿਓ, ਨਿਊਜ਼ ਦੇ ਵਿੱਚ ਕੀ ਚੀਜ਼ ਆ ਕਿ ਬੈਗਿੰਗ ਮਤਲਬ ਕਿ ਜਿਹੜੇ ਮੰਗਤੇ ਆ ਉਹਦੀ ਕੀ ਚੀਜ਼ ਆ, ਉਹਦੇ ਇਵਲਸ ਕੀ ਆ, ਕਿ ਬੱਚਿਆਂ 'ਤੇ ਬੈਡ ਇੰਪਰੈਸ਼ਨ ਪੈਂਦਾ ਹੈ, ਜਿਹੜੀ ਕਿ ਨਿਊ ਜਨਰੇਸ਼ਨ ਆ ਉਹਨਾਂ 'ਤੇ ਬੈਡ ਇੰਪਰੈਸ਼ਨ ਇਹ ਪਊਗਾ ਕਿ ਮੰਗ ਕੇ ਮਤਲਬ ਸਰ ਜੂਗਾ, ਖਾ ਲਾਂਗੇ, ਈਜ਼ੀ ਆ, ਹੈ ਨਾ, ਕਮਾਉਣ ਨਾਲੋਂ ਤਾਂ ਇਹ ਈਜ਼ੀ ਲੱਗੂਗਾ ਬੱਚਿਆਂ ਨੂੰ। ਅਤੇ ਵੈਸੇ ਵੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਮੰਗਣ ਲਈ ਭੇਜਦੇ ਆ ਉਹ ਉਹਨਾਂ ਦਾ ਫਿਊਚਰ ਵੀ ਖ਼ਰਾਬ ਕਰਦੇ ਆ। ਸੋ ਕੁਛ ਇੱਦਾਂ ਦੇ ਪੁਆਇੰਟਸ ਤੁਸੀਂ ਐਡ ਕਰਕੇ ਇਹਨੂੰ ਕੰਪਲੀਟ ਕਰ ਸਕਦੇ ਹੋ। ਤਾਂ ਬੱਚੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਆ, ਜਦੋਂ ਵੀ ਤੁਸੀਂ ਲੈਟਰ ਲਿਖਣਾ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਦੋਂ ਲੈਟਰ ਲਿਖਣਾ ਆ ਤਾਂ ਤੁਸੀਂ ਉਹਨੂੰ ਪਹਿਲਾਂ ਇੱਕ ਮੀਨਸ ਕਿ ਆਪਣੇ ਮਾਈਂਡ ਦੇ ਵਿੱਚ ਜਾਂ ਫਿਰ ਇੱਕ ਪੈਨਸਿਲ ਦੇ ਨਾਲ ਰਫਲੀ ਇੱਕ ਵਾਰੀ ਲਿਖ ਕੇ ਦੇਖ ਲਿਓ ਕਿ ਆਹ ਆਈਡੀਆਜ਼ ਮੈਂ ਵਿੱਚ ਲਿਖਣੇ ਆ। ਚਾਹੇ ਇੱਕ ਸਿੰਪਲ ਇੱਕ ਵਰਡਸ ਲਿਖ ਕੇ ਦੇਖ ਲਿਓ, ਤੁਹਾਨੂੰ ਉਹਨੂੰ ਦੇਖ ਕੇ ਹੀ ਯਾਦ ਆ ਜਾਏਗਾ ਕਿ ਮੈਂ ਇੱਦਾਂ ਲਾਈਨ ਪ੍ਰੀਪੇਅਰ ਕਰਨੀ ਆ। ਜਦੋਂ ਤੁਸੀਂ ਰਫ ਲਿਖ ਲਓਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਸੌਰਟ ਆਊਟ ਕਰਨਾ ਕਿ ਪਹਿਲਾਂ ਮੈਂ ਆਹ ਲਾਈਨ ਲਿਖਣੀ, ਫਿਰ ਮੈਂ ਆਹ ਲਿਖਣੀ, ਲਾਈਕ ਆ ਸਟੋਰੀ ਦੀ ਤਰ੍ਹਾਂ ਉਹ ਸਮਝ ਆਵੇ ਕਿ ਇੱਦਾਂ ਚੱਲ ਰਿਹਾ ਸੀਨ ਜੋ ਵੀ ਹੈਗਾ ਆ। ਠੀਕ, ਜਿਹਦੇ ਨਾਲ ਜੇ ਕਲੀਅਰ ਹੋਊਗਾ ਤੁਹਾਡੇ ਅੱਛੇ ਮਾਰਕਸ ਆਉਣਗੇ। ਕਲੀਅਰ ਇੱਦਾਂ ਹੀ ਹੁੰਦਾ, ਕਲੀਅਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਰਾਈਟਿੰਗ ਹੀ ਅੱਛੀ ਕਰਿਓ, ਕਲੀਅਰ ਦਾ ਮਤਲਬ ਇਹ ਹੁੰਦਾ ਜੋ ਤੁਸੀਂ ਲਿਖ ਕੇ ਆਏ ਆ ਉਹ ਟੀਚਰ ਨੂੰ ਕਲੀਅਰ ਸਮਝ ਆਵੇ, ਉਹ ਸਮਝ ਆਉਣਾ ਚਾਹੀਦਾ, ਉਹਨੂੰ ਕਹਿੰਦੇ ਕਲੈਰਿਟੀ। ਠੀਕ ਹੈ, ਕਲੈਰਿਟੀ ਉਦੋਂ ਹੀ ਆਊਗੀ ਜਦੋਂ ਅਸੀਂ ਪਲਾਨ ਕਰਕੇ ਲਿਖਾਂਗੇ। ਜੇ ਬਿਨਾਂ ਪਲਾਨ ਤੋਂ ਲਿਖਾਂਗੇ, ਦੇਖੋ ਅਸੀਂ ਇੰਨੇ ਐਕਸਪਰਟ ਤਾਂ ਹੈ ਹੀ ਨਹੀਂ ਕਿ ਅਸੀਂ ਬਿਨਾਂ ਪਲਾਨ ਤੋਂ ਲਿਖ ਸਕਦੇ ਹਾਂ। ਰਾਈਟ, ਪਲਾਨ ਕਰਕੇ ਜ਼ਰੂਰ ਲਿਖਣਾ। 23rd is the last. To a friend who recovered from dengue and wish him good health, ਕਿ ਤੁਹਾਡਾ ਦੋਸਤ ਆ ਡੇਂਗੂ ਨਾਂ ਦੀ ਬਿਮਾਰੀ ਤੋਂ ਠੀਕ ਹੋਇਆ ਹਲੇ ਹੁਣੇ ਅਤੇ ਉਹਨੂੰ ਕੀ ਕਰਨੀ ਆ, ਵਿਸ਼ ਕਰਨੀ ਆ। ਅਸੀਂ ਕੀ ਵਿਸ਼ ਕਰਨੀ ਆ ਕਿ ਉਹ ਜਲਦੀ ਠੀਕ ਹੋ ਜਾਵੇ। ਸੋ ਇਹ ਸੀ ਕੁਛ ਇੰਪੋਰਟੈਂਟ ਲੈਟਰਸ, ਇਹ ਸਾਰਿਆਂ ਨੂੰ ਅੱਛੇ ਤਰੀਕੇ ਨਾਲ ਤੁਸੀਂ ਰੀਡ ਕਰ ਲਿਓ। ਬਟ ਹਾਂਜੀ, ਮੈਂ ਤੁਹਾਨੂੰ ਫਿਰ ਵੀ ਕਹਿ ਰਹੀ ਹਾਂ ਕਿ ਕੁਝ ਦੂਸਰੀਆਂ ਲੈਟਰਸ ਜੋ ਮੈਂ ਇਹਦੇ ਵਿੱਚ ਇਨਕਲੂਡ ਨਹੀਂ ਕੀਤੀਆਂ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਪੜ੍ਹ ਲਈਓ, ਤੁਹਾਡੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਆ। ਇੱਕ ਟਿਪ ਹੋਰ ਦੇ ਦਿੰਦੀ ਹਾਂ, ਲੈਟਰ ਆਈ ਹੋਵੇ ਤੁਹਾਨੂੰ ਹੈਡਿੰਗ ਤੋਂ ਕੁਛ ਵੀ ਨਹੀਂ ਸਮਝ ਲੱਗ ਰਿਹਾ, 2 ਵਾਰ 3 ਵਾਰ 4 ਵਾਰ 5 ਵਾਰ ਪੜ੍ਹੋ, ਤੁਹਾਨੂੰ ਹੌਲੀ ਸਮਝ ਲੱਗਣ ਲੱਗ ਜੂਗਾ ਇਹਦੇ ਵਿੱਚ ਮੈਂ ਕੀ ਲਿਖਣਾ ਹੈ। ਔਰ ਅਗਰ ਬਿਲਕੁਲ ਵੀ ਨਹੀਂ ਪਤਾ ਲੱਗਦਾ ਨਾ, ਜਿਹੜੇ ਬੱਚੇ ਬਿਲਕੁਲ ਵੀ ਕੁਛ ਨਹੀਂ ਲਿਖ ਸਕਦੇ, ਉਹ ਬੱਚੇ ਇਕੱਲੇ ਐਡਰੈਸ ਤਾਂ ਲਿਖ ਹੀ ਸਕਦੇ ਆ ਨਾ, ਸਟਾਰਟਿੰਗ ਐਂਡ ਐਂਡਿੰਗ ਤਾਂ ਕਰ ਹੀ ਸਕਦੇ ਆ,
ਤਾਂ ਕਿ ਤੁਹਾਨੂੰ ਐਟਲੀਸਟ 2-4 ਨੰਬਰ 2 ਨੰਬਰ ਤਾਂ ਮਿਲਣਗੇ ਨਾ ਐਟਲੀਸਟ। ਔਰ ਮੇਨ ਜਿਹੜਾ ਵਿੱਚ ਬੋਡੀ ਹੁੰਦੀ ਆ ਉਹਦੇ ਵਿੱਚ ਤੁਸੀਂ ਮੇਨ ਹੈਡਿੰਗ ਤੋਂ ਦੇਖ ਕੇ ਕੁਛ ਤਾਂ ਲਾਈਨਸ ਬਣਾ ਕੇ ਆਓਗੇ, ਇੰਨੇ ਵੀ ਨਹੀਂ ਓਬਵੀਅਸ, ਤੁਸੀਂ ਹੁਣ 12th ਕਲਾਸ 'ਚ ਹੋ ਗਏ ਆ। ਸੋ ਛੱਡ ਕੇ ਨਹੀਂ ਆਉਣਾ, ਕਰਕੇ ਆਉਣੀ ਆ ਲੈਟਰ, ਠੀਕ ਹੈ। ਕੋਈ ਵਧਾ ਚੜਾ ਕੇ ਲਿਖਣ ਦੀ ਲੋੜ ਨਹੀਂ ਹੈਗੀ ਪੇਪਰ ਦੇ ਵਿੱਚ। ਲੈਟਰ ਨੂੰ ਨੋਰਮਲ ਵਧੀਆ ਈਜ਼ੀ ਵੇ ਦੇ ਨਾਲ ਲਿਖ ਕੇ ਆਓ। ਆਈ ਹੋਪ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ, ਅਤੇ ਜੇ ਅੱਛੀ ਲੱਗੀ ਆ ਫਿਰ ਤਾਂ ਸਬਸਕ੍ਰਾਈਬ ਕਰਨਾ ਬਣਦਾ ਹੀ ਆ, ਲਾਈਕ ਵੀ ਕਰਨਾ ਔਰ ਕਮੈਂਟ ਕਰਨਾ ਪਲੀਜ਼ ਨਾ ਭੁੱਲਿਆ ਕਰੋ, ਬਿਕੋਜ਼ ਤੁਹਾਡੇ ਕਮੈਂਟਸ ਮੈਨੂੰ ਇੰਸਪੀਰੇਸ਼ਨ ਦਿੰਦੇ ਆ ਹੋਰ ਜ਼ਿਆਦਾ ਕੰਮ ਕਰਨ ਲਈ, ਹੋਰ ਜ਼ਿਆਦਾ ਹਾਰਡ ਵਰਕ ਕਰਨ ਲਈ। ਥੈਂਕ ਯੂ ਸੋ ਮਚ।